are discussing properties of genetic code. Properties of genetic code बहुत easy ने, कोई वैसे लंबी चौड़ी गल नहीं, थोड़ा ध्यान नाल समझण दी देखण दी लोड़ है। किन्नियां प्रॉपर्टीज ने 8 बेसिकली इन्हां ने डिस्क्राइब कीतियां होइयां ने 8 प्रॉपर्टीज। वन सिंगल वर्ड नाल ਆਪਾਂ 8 प्रॉपर्टीज याद कर सकते हैं। ਉਹਨਾਂ ਦੀ ਅੱਗੇ एक्सप्लेनेशन की है ਉਹ ਆਪਾਂ डिस्कस करांगे। सो फर्स्ट ऑफ ऑल जो फर्स्ट प्रॉपर्टी है दैट इज कि जेनेटिक कोड इज अ ट्रिपलेट। नाउ जेनेटिक कोड बेसिकली पहला ਆਪਾਂ ਇਹ ਗੱਲ ਕਰ ਲਈਏ जेनेटिक कोड ਦਾ मतलब ਕੀ ਹੈ। ਆਪਾਂ 4 बेसिस डिस्कस ਕੀਤੇ ਸੀ ਨਾ डीएनए ਦੇ, एडेनिन, साइटोसिन, गुआनिन, थायमिन, है ना। यस मैम। तो ये 4 बेसिस डीएनए ਦੇ ਜਿਹੜੇ ਨੇ ਇਹਨਾਂ ਨੂੰ ਇੱਕ ट्रिपलेट ਦੇ ਵਿੱਚ यूज ਕੀਤਾ ਜਾਂਦਾ ਹੈ and that triplet makes a codon and overall that is called a genetic code. So genetic code ਇਹਨਾਂ 4 bases of DNA ਵਾਸਤੇ term use ਕੀਤੀ ਜਾਂਦੀ ਹੈ ਇਸ ਤਰੀਕੇ ਦੇ ਵਿੱਚ ਕਿ ਜੋ ਸੈਲੂਲਰ ਮਸ਼ੀਨਰੀ ਰਾਈਬੋਸੋਮ ਹੈ ਉਹ ਉਹਨਾਂ ਨੂੰ ਰੀਡ ਕਰ ਸਕੇ, ਉਹਨਾਂ ਬੇਸਿਸ ਨੂੰ ਪੜ੍ਹ ਕੇ ਉਹਨਾਂ ਨੂੰ ਪ੍ਰੋਟੀਨ ਦੇ ਵਿੱਚ ਕਨਵਰਟ ਕਰ ਸਕੇ। ਠੀਕ ਹੈ, ਜਿਹੜੇ ਜੈਨੇਟਿਕ ਕੋਡ ਦੇ ਵਿੱਚ 3 ਨਿਊਕਲੀਓਟਾਈਡ ਬੇਸਿਸ ਆਪਾਂ ਬਣ ਕੇ ਕੋਡਨ ਬਣੇਗਾ ਉਹ ਇੱਕ ਰੋ ਦੇ ਵਿੱਚ ਜਦੋਂ ਲੱਗਦੇ ਆ ਤਾਂ ਉਸਨੂੰ ਟ੍ਰਿਪਲੇਟ ਕਿਹਾ ਜਾਂਦਾ ਹੈ ਐਂਡ ਇੱਕ ਸਿੰਗਲ ਐਮਾਈਨੋ ਐਸਿਡ ਵਾਸਤੇ ਕੋਡ ਕਰਦੇ ਨੇ। ਸੋ ਐਮਾਈਨੋ ਐਸਿਡ ਸਪੋਜ਼ ਆਪਾਂ ਗੱਲ ਕਰ ਲਈਏ ਸਭ ਤੋਂ ਪਹਿਲਾਂ ਹੀ ਫਿਨਾਈਲ ਐਲੈਲਿਨ। तो 3 ਨਿਊਕਲੀਓਟਾਈਡ ਬੇਸਿਸ, ਹੁਣ ਇਹਦੇ ਵਿੱਚ ਤਿੰਨੋਂ ਯੂਰਾਸਿਲ ਨੇ, 3 ਨਿਊਕਲੀਓਟਾਈਡ ਬੇਸਿਸ ਮਿਲ ਕੇ ਇੱਕ ਅਮਾਈਨੋ ਐਸਿਡ ਬਣਾਉਂਦੇ ਨੇ। ਠੀਕ ਹੈ ਜੀ। ਸੋ ਆਪਾਂ ਕੀ ਗੱਲ ਇਸਨੂੰ ਕਿਸ ਟਰਮ ਦੇ ਵਿੱਚ ਆਪਾਂ ਕਰ ਸਕਦੇ ਆ that 3 nucleotide bases in a row make a genetic code for amino acid, thus making it a genetic code. ठीक है जी, these 3 nucleotide bases code for an amino acid, यानी कि इन्ना तिन्ना nucleotide bases ਨੂੰ ਮਿਲਾ ਕੇ ਇੱਕ amino acid ਬਣਦਾ ਹੈ। now ਕਹਿੰਦੇ 3 ਨਿਊਕਲੀਓਟਾਈਡਸ mRNA ਦੇ ਹੁੰਦੇ ਨੇ ਜਿਹੜੇ ਕਿ ਇੱਕ ਅਮਾਈਨੋ ਐਸਿਡ ਵਾਸਤੇ ਕੋਡ ਕਰਦੇ ਨੇ ਐਂਡ ਇਹਨਾਂ ਨੂੰ ਕੀ ਨਾਮ ਦੇ ਦਿੱਤਾ ਜਾਂਦਾ, these are called codons. These are called codons. Complementary matching triplet of tRNA form the anticodon. ਹੁਣ ਇਸ ਤੋਂ opposite ਆਪਾਂ ਗੱਲ ਕੀਤੀ ਨਾ, ਜਿਵੇਂ ਆਪਾਂ ਪਿੱਛੇ ਪੜਿਆ ਸੀਗਾ ਜਦੋਂ ਆਪਾਂ ਚੈਪਟਰ ਦੀ ਸ਼ੁਰੂਆਤ ਕੀਤੀ ਸੀ ਕਿ ਉਹਦੇ ਵਿੱਚ opposite ਹੁੰਦੇ ਨੇ A, T, C, G ਤੇ ਹੁਣ T ਦੀ ਜਗ੍ਹਾ U ਵੀ ਲੱਗ ਜਾਂਦਾ ਹੈ। ਹੁਣ ਜੇ ਇਹ ਟ੍ਰਿਪਲ ਯੂ ਕੋਡਨ ਹੈ ਤਾਂ U ਦਾ opposite ਕੀ ਹੈ, A, ਹੈ ਨਾ। ਤਾਂ ਜੇ ਆਪਾਂ ਇਸ ਦਾ opposite ਬਣਾਤਾ this makes it an anticodon. ਜੇ ਇਹ ਕੋਡਨ ਹੈ ਇਸ ਦਾ ਕੰਪਲੀਮੈਂਟਰੀ ਬੇਸ ਜੇ ਆਪਾਂ ਲਗਾ ਦਿੱਤਾ that complementary base ਜਦੋਂ ਉਹ genetic code ਬਣਾ ਕੇ ਕੋਡਨ ਬਣਦਾ ਹੈ that is not codon, that is anticodon. anti यानी कि ਉਸਦਾ opposite, ਉਸਦਾ ਉਲਟਾ। ਸੋ ਕੋਡਨ ਦਾ ਉਲਟਾ ਐਂਟੀਕੋਡਨ ਹੋਇਆ। ਉਲਟਾ ਕਿਉਂ ਹੋਇਆ, ਕਿਉਂਕਿ ਇਹ ਜਿਹੜਾ ਕੋਡਨ ਹੈ ਉਹ mRNA ਕੋਡ ਕਰ ਰਿਹਾ। ਇਹ ਜਿਹੜੇ ਨਿਊਕਲੀਓਟਾਈਡਸ ਨੇ these nucleotides are of mRNA and in anticodon ਇਹ ਜਿਹੜੀ ਮੈਚਿੰਗ ਟ੍ਰਿਪਲੇਟ ਬਣੀ ਹੈ this is of tRNA। ਠੀਕ ਹੈ ਜੀ। ਹੁਣ mRNA ਕੀ ਹੈ, ਮੈਸੇਂਜਰ RNA that is giving message
एंड tRNA की है दसो ट्रांसफर RNA यस ट्रांसफर RNA ठीक है जी ਹੁਣ ट्रांसफर ਆਪਾਂ ਜਦੋਂ ਉਹਦਾ opposite ਬਣਾਤਾ ट्रांसफर RNA ਉਸ ਦੇ ਲਈ ਕੋਡ ਕਰੂਗਾ and it makes a anticodon ਹੁਣ ਕੋਡਨ ਜਿਹੜਾ ਕਿ ਪ੍ਰੋਟੀਨ ਸਿੰਥੇਸਿਸ ਨੂੰ ਇਨੀਸ਼ੀਏਟ ਕਰਦਾ ਯਾਨੀ ਕਿ ਉਸ ਨੂੰ ਸਟਾਰਟ ਕਰਦਾ ਉਸ ਦੀ ਸ਼ੁਰੂਆਤ ਕਰਦਾ ਹੈ ਪ੍ਰੋਟੀਨ ਸਿੰਥੇਸਿਸ ਯਾਨੀ ਕਿ ਪ੍ਰੋਟੀਨਸ ਦੇ ਬਣਨ ਦਾ ਪ੍ਰੋਸੈਸ ਅਮਾਈਨੋ ਐਸਿਡਸ ਤੋਂ ਹੀ ਪ੍ਰੋਟੀਨਸ ਬਣਦੇ ਨੇ ਇਹ ਆਪਾਂ ਪੜਿਆ ਸੀ ਸੋ ਪ੍ਰੋਟੀਨਸ ਦੇ ਬਣਨ ਦੇ ਪ੍ਰੋਸੈਸ ਦੀ ਸ਼ੁਰੂਆਤ ਕਰਨ ਵਾਸਤੇ ਜਿਹੜਾ ਕੋਡਨ ਕੋਡ ਕਰਦਾ ਹੈ that is called as initiation codon that is called as initiation codon ਇਨੀਸ਼ੀਏਸ਼ਨ ਕੋਡਨ ਕਿਹੜੇ ਕਿਹੜੇ ਹੁੰਦੇ ਨੇ ਦੋ ਹੁੰਦੇ ਨੇ ਜੋ ਕਿ ਆਪਾਂ ਹਮੇਸ਼ਾ ਯਾਦ ਰੱਖਣੇ ਨੇ ਤੇ ਇਨੀਸ਼ੀਏਸ਼ਨ ਕੋਡਨ ਕੀ ਕਰਦੇ ਨੇ ਪ੍ਰੋਟੀਨ ਸਿੰਥੇਸਿਸ ਦੀ ਸ਼ੁਰੂਆਤ ਦੋ ਕਿਹੜੇ ਕਿਹੜੇ ਇਨੀਸ਼ੀਏਸ਼ਨ ਕੋਡਨ ਹੁੰਦੇ ਨੇ ਲੈਟ ਅਸ ਰਾਈਟ ਫਰਸਟ ਇਜ਼ ਮਿਥਿਓਨੀਨ ਐਂਡ ਸੈਕਿੰਡ ਇਜ਼ ਵੈਲੀਨ ਮਿਥਿਓਨੀਨ ਦਾ ਕੋਡ ਕੀ ਹੈ AUG ਐਂਡ ਵੈਲੀਨ ਦਾ ਕੋਡ ਕੀ ਹੈ GUG ਹੁਣ ਤੁਸੀਂ ਇਸ ਨੂੰ ਜਿਸ ਤਰੀਕੇ ਨਾਲ ਵੀ ਤੁਹਾਡੇ ਦਿਮਾਗ 'ਚ ਯਾਦ ਰਹਿੰਦਾ ਉਸ ਤਰ੍ਹਾਂ ਰੱਖ ਸਕਦੇ ਹੋ ਔਗ ਗਗ ਜਿਵੇਂ ਵੀ ਕਰਕੇ ਤੁਹਾਨੂੰ ਯਾਦ ਰਹਿੰਦੇ ਠੀਕ ਹੈ ਮਿਥਿਓਨੀਨ ਤੇ ਵੈਲੀਨ ਹੁਣ ਕੁਝ ਕੋਡਨਸ ਜਿਹੜੇ ਆ ਉਹ ਕਹਿੰਦੇ ਵੀ ਐਮਾਈਨੋ ਐਸਿਡ ਵਾਸਤੇ ਨਹੀਂ ਕੋਡ ਕਰਦੇ ਯਾਨੀ ਕਿ ਤੇ ਜਿਹੜੀ ਟ੍ਰਿਪਲੇਟ ਬਣਦੀ ਹੈ ਜ਼ਰੂਰੀ ਨਹੀਂ ਕਿ ਸਾਰੇ ਹੀ ਟ੍ਰਿਪਲੇਟਸ ਐਮਾਈਨੋ ਐਸਿਡ ਬਣਾਉਣ ਕੁਝ ਐਸੇ ਟ੍ਰਿਪਲੇਟਸ ਵੀ ਹੈਗੇ ਨੇ ਜਿਹੜੇ ਕਿ ਐਮਾਈਨੋ ਐਸਿਡ ਨਹੀਂ ਬਣਾਉਂਦੇ ਤੇ ਉਹਨਾਂ ਕੋਡਨਸ ਨੂੰ ਕੀ ਨਾਮ ਦਿੱਤਾ ਗਿਆ ਨੌਨਸੈਂਸ ਕੋਡਨਸ ਕੀ ਨਾਮ ਦਿੱਤਾ ਗਿਆ नॉनसेंस कोडन ਨੌਨਸੈਂਸ ਕੋਡਨਸ ਹੁਣ ਨੌਨਸੈਂਸ ਕੋਡਨਸ ਆਪਾਂ ਯਾਦ ਰੱਖਣੇ ਕਿ ਕਿਹੜੇ ਕਿਹੜੇ ਨੇ ਸੋ 3 ਕੋਡਨਸ ਨੇ ਨੌਨਸੈਂਸ ਕੋਡਨਸ ਜਿਹੜੇ ਕਿ ਕਿਸੇ ਵੀ ਅਮਾਈਨੋ ਐਸਿਡ ਵਾਸਤੇ ਕੋਡ ਨਹੀਂ ਕਰਦੇ ਯਾਨੀ ਕਿ ਤਿੰਨ ਬੇਸਿਸ ਮਿਲ ਕੇ ਅਮਾਈਨੋ ਐਸਿਡ ਨਹੀਂ ਬਣਾਉਂਦੇ ਐਂਡ ਫਰਸਟ ਇਜ਼ UGA ਜਿਸ ਨੂੰ ਓਪਲ ਨਾਮ ਦਿੱਤਾ ਗਿਆ ਸੈਕਿੰਡ ਇਜ਼ UAA ਜਿਸ ਨੂੰ ਔਕਰੇ ਨਾਮ ਦਿੱਤਾ ਗਿਆ ਥਰਡ ਇਜ਼ UAG ਜਿਸ ਨੂੰ ਕੀ ਨਾਮ ਦਿੱਤਾ ਗਿਆ ਐਂਬਰ ਠੀਕ ਹੈ ਹੁਣ ਤਿੰਨੋਂ U ਤੋਂ ਸਟਾਰਟ ਹੁੰਦੇ ਨੇ ਦੋ ਹੈਗੇ ਨੇ UAG ਤੇ UAA ਐਂਡ ਵਨ ਇਜ਼ UGA ਬਹੁਤ ਸੌਖੇ ਆ ਯਾਦ ਰੱਖਣੇ ਓਪਲ ਔਕਰੇ ਐਂਬਰ ਠੀਕ ਹੈ ਜੀ ਜਿਹੜਾ ਐਂਬਰ ਹੈ ਉਹਦੇ ਵਿੱਚ A ਪਹਿਲਾਂ ਆ ਜਾਂਦਾ ਜੇ ਮਤਲਬ ਯਾਦ ਰੱਖਣਾ ਹੈ ਤਾਂ ਜਿਹੜਾ ਓਪਲ ਹੈ ਉਹਦੇ ਵਿੱਚ A ਬਾਅਦ ਚ ਆਉਂਦਾ ਠੀਕ ਹੈ ਦੋਨਾਂ ਦੇ GAAG ਇਟਸ ਜਸਟ ਹੇਰਾਫੇਰੀ ਆਫ words letters okay so ਤਿੰਨ ਆਪਾਂ ਨੌਨਸੈਂਸ ਕੋਡਨਸ ਦੇਖੇ UGA UAA UAG ਹੁਣ ਕਹਿੰਦੇ ਇਹ ਹੁਣ ਕਹਿੰਦੇ ਜਿਹੜੇ ਟਰਮੀਨੇਸ਼ਨ ਕਰਦੇ ਨੇ ਪੋਲੀਪੈਪਟਾਈਡ ਚੇਨ ਦੀ ਟਰਮੀਨੇਸ਼ਨ ਯਾਨੀ ਕਿ ਐਂਡ ਕਰਦੇ ਨੇ ਖਤਮ ਕਰਦੇ ਨੇ ਪੋਲੀਪੈਪਟਾਈਡ ਚੇਨ ਨੂੰ ਬਣਾਉਣਾ ਯਾਨੀ ਕਿ ਆਖਰੀ ਜੋ ਕੋਡਨ ਹੈ ਉਹਨਾਂ ਨੂੰ ਟਰਮੀਨੇਸ਼ਨ ਜਾਂ ਫਿਰ ਸਟਾਪ ਕੋਡਨਸ ਵੀ ਕਿਹਾ ਜਾਂਦਾ ਹੈ ਹੁਣ ਨੌਨਸੈਂਸ ਕੋਡਨਸ ਹੀ ਟਰਮੀਨੇਸ਼ਨ ਕਰਦੇ ਨੇ ਪੋਲੀਪੈਪਟਾਈਡ ਚੇਨ ਦੀ ਤੇ ਨੌਨਸੈਂਸ ਕੋਡਨਸ ਦਾ ਹੀ ਦੂਜਾ ਨਾਮ ਟਰਮੀਨੇਸ਼ਨ ਜਾਂ ਫਿਰ ਸਟਾਪ ਕੋਡਨਸ ਹੈ ਤਾਂ ਕਹਿੰਦੇ 64 ਕੋਡਨਸ ਹੁੰਦੇ ਨੇ ਟੋਟਲ ਦੇ ਵਿੱਚ ਉਹਨਾਂ ਵਿੱਚੋਂ 61 ਜਿਹੜੇ ਨੇ ਉਹ ਐਮਾਈਨੋ ਐਸਿਡਸ ਬਣਾਉਂਦੇ ਨੇ ਤੇ 4 ਜਿਹੜੇ ਨੇ ਉਹ ਨਹੀਂ ਬਣਾਉਂਦੇ ਸੌਰੀ 3 ਬਚੇ ਜਿਹੜੇ ਨੌਨਸੈਂਸ ਕੋਡਨਸ ਨੇ that does not code for amino acid ਠੀਕ ਹੈ ਹੁਣ ਆਪਾਂ ਇੱਥੇ ਲਿਖ ਲੈਂਦੇ ਆ ਕਿ nonsense codons are also known as termination or stop codons ਕਿਉਂਕਿ ਇਹ ਪੋਲੀਪੈਪਟਾਈਡ ਚੇਨ ਨੂੰ ਜਦੋਂ ਬਣ ਜਾਂਦੀ ਹੈ ਜਿੱਥੇ ਉਹਨੂੰ ਰੋਕਣਾ ਹੁੰਦਾ ਉਸਦਾ ਪ੍ਰੋਸੈਸ ਬਣਨ ਦਾ
ਉੱਥੇ ਰੋਕ ਦਿੰਦੇ ਨੇ, ਤਾਂ ਐਂਡ ਦੇ ਵਿੱਚ ਇਹ ਕੋਡੋਨ ਲੱਗ ਜਾਂਦਾ ਹੈ, ਇਹਨਾਂ ਤਿੰਨਾਂ ਚੋਂ ਕੋਈ ਕੋਡੋਨ ਲੱਗ ਜਾਂਦਾ ਹੈ ਜਿਹਦੇ ਨਾਲ ਪੋਲੀਪੈਪਟਾਈਡ ਚੇਨ ਬਣਨੀ ਬੰਦ ਹੋ ਜਾਂਦੀ ਹੈ। ਸੋ these codons terminate polypeptide chain. These terminate polypeptide chain. ਹੁਣ ਆਪਾਂ ਇਹ ਡਿਸਕਸ ਕਰ ਲਿਆ ਕਿ ਟੋਟਲ ਜਿਹੜੇ ਹੈ 64 ਕੋਡੋਨਸ ਹੁੰਦੇ ਹੈ, but 61 codons code for amino acid and 3 codons ਜਿਹੜੇ ਬਚੇ ਉਹ ਕਿਹੜੇ ਨੇ, ਟਰਮੀਨੇਸ਼ਨ ਜਾਂ ਫਿਰ ਸਟਾਪ codons ਜਾਂ ਨੌਨਸੈਂਸ codons। ਠੀਕ ਹੈ ਜੀ। ਸੋ ਇਹ ਫਿਗਰ ਤੇ ਇਹ ਸਾਰੀਆਂ ਮੇਨ ਚੀਜ਼ਾਂ ਯਾਦ ਰੱਖਣੀਆਂ ਨੇ ਤੁਸੀਂ। ਹੁਣ ਆਪਾਂ ਚੱਲਦੇ ਹਾਂ ਅੱਗੇ। ਸੋ ਤੁਸੀਂ ਇੱਥੇ ਇਮੇਜ ਦੇਖ ਸਕਦੇ ਹੋ, ਇਹਦੇ ਵਿੱਚ ਆਪਾਂ ਡਿਸਕਸ ਕੀਤਾ ਕਿ 4 ਨਿਊਕਲੀਓਟਾਈਡਸ ਹੁੰਦੇ ਨੇ ਯੂ ਸੀ ਏ ਜੀ। ਟੀ ਆਪਾਂ ਕਿਉਂ ਨਹੀਂ ਕੀਤਾ, ਕਿਉਂਕਿ ਟੀ ਜਿਹੜਾ ਹੈ ਉਹ ਡੀਐਨਏ ਦੇ ਵਿੱਚ ਆਉਂਦਾ ਹੈ, ਆਰਐਨਏ ਦੇ ਵਿੱਚ ਯੂ ਆਉਂਦਾ ਹੈ, ਯੂਰਾਸਿਲ ਆਉਂਦਾ ਹੈ। ਠੀਕ ਹੈ, ਹੁਣ ਆਪਾਂ ਇੱਥੇ ਲਿਖਤਾ ਫਰਸਟ ਲੈਟਰ, ਸੈਕੰਡ ਲੈਟਰ, ਥਰਡ ਲੈਟਰ। ਠੀਕ ਹੈ, UCAG ਤੇ UCAG। ਕਿਉਂ? ਕਿਉਂਕਿ ਇੱਕ ਬਾਕਸ ਦੇ ਵਿੱਚ 4 ਕੋਡੋਨਸ ਬਣਾਣੇ ਨੇ। ਠੀਕ ਹੈ ਜੀ, 4x4 ਬਾਕਸਿਸ ਯਾਨੀ ਕਿ 16 ਬਾਕਸ ਹੋ ਗਏ। ਹਰ ਬਾਕਸ ਦੇ ਵਿੱਚ 4 in every box 4 ਅਮਾਈਨੋ ਐਸਿਡਸ ਫਾਰਮੇਸ਼ਨ ਹੋਏਗੀ, ਜਾਂ 4 ਕੋਡੋਨਸ ਅਮਾਈਨੋ ਐਸਿਡਸ ਜਾਂ ਕੋਡੋਨਸ। ਠੀਕ ਹੈ ਜੀ, ਆਪਾਂ ਲਿਖ ਸਕਦੇ ਹਾਂ। ਸੋ 16 multiply by 4 ਬਣਿਆ 64। ਸੋ ਇਨ ਆਲ 64 ਅਮਾਈਨੋ ਐਸਿਡਸ ਜਾਂ ਕੋਡੋਨਸ ਹੋਏ। ਠੀਕ ਹੈ ਜੀ, ਹੁਣ UCAG ਇੱਧਰ ਆਪਾਂ ਲਿਖ ਲਿਆ। ਠੀਕ ਹੈ, ਹੁਣ ਆ ਦੇਖੋ U into U, 2 U ਆ ਗਏ, ਫਿਰ ਇੱਕ ਹੋਰ ਇਸ ਲਾਈਨ ਦੇ ਵਿੱਚ U, ਇੱਕ ਹੋਰ U ਆ ਗਿਆ, ਇਹ ਬਣ ਗਿਆ ਇੱਕ ਕੋਡੋਨ। ਦੈਨ ਸੈਕਿੰਡ ਕੋਡੋਨ U ਤੇ ਇੱਧਰ ਆ ਗਿਆ C, UUC। ਹੁਣ ਇਹ ਜਿਹੜੇ 2 ਕੋਡੋਨ ਬਣੇ, ਇਹ 2 ਕੋਡੋਨਸ ਕਿਹੜੇ ਅਮਾਈਨੋ ਐਸਿਡ ਵਾਸਤੇ ਕੋਡ ਕਰ ਰਹੇ ਨੇ, ਫਿਨਾਈਲ ਐਲੈਨੀਨ। ਠੀਕ ਹੈ ਜੀ, ਏਦਾਂ ਹੀ ਬਾਕੀ ਸਾਰੇ ਕੋਡਸ ਬਣਨਗੇ। ਜੇ ਤੁਹਾਨੂੰ ਸਾਰੀ ਕੋਡੋਨਸ ਨਹੀਂ ਵੀ ਯਾਦ ਰਹਿੰਦੇ ਤਾਂ ਤੁਸੀਂ ਇਹ ਬਾਕਸ ਬਣਾ ਕੇ ਦੇਖ ਸਕਦੇ ਹੋ। ਤਾਂ ਹੁਣ ਥਰਡ ਕੀ ਬਣਿਆ, U ਐਂਡ ਇੱਧਰ A, ਤਾਂ UUA, U ਇੱਧਰ ਆ ਗਿਆ G, UUG। ਏਦਾਂ ਹੀ ਸੈਕਿੰਡ ਬਾਕਸ ਆ ਗਿਆ, ਇੱਧਰ C ਹੈ ਸੈਕਿੰਡ ਬਾਕਸ ਦੇ ਵਿੱਚ, ਇੱਧਰ ਫਸਟ ਬਾਕਸ ਦੇ ਨਾਲ ਕਰਨਾ ਹੈ U, ਫਿਰ ਆ ਗਿਆ C, ਫਿਰ ਇੱਧਰ ਥਰਡ ਲੈਟਰ ਆ ਗਿਆ UCU। ਸਮਝ ਆ ਗਿਆ ਨੇ? ਬਸ ਏਦਾਂ ਕਰਕੇ ਹੀ ਸਾਰੇ ਬਣ ਜਾਣੇ। ਇੱਧਰ ਜਿਵੇਂ ਆਪਾਂ ਫਰਸਟ ਲੈਟਰ C ਆ ਗਿਆ C, ਫਿਰ ਸੈਕਿੰਡ ਲੈਟਰ CU, ਇੱਧਰ ਫਰਸਟ ਲੈਟਰ ਥਰਡ ਲੈਟਰ ਦੇ ਵਿੱਚ ਪਹਿਲਾ ਲੈਟਰ U। ਸੋ ਏਦਾਂ ਕਰਕੇ ਸਾਰੇ ਅਮਾਈਨੋ ਐਸਿਡਸ ਫਾਰਮ ਹੁੰਦੇ ਨੇ। ਸਾਰੇ ਦੇ ਸਾਰੇ ਆਪਾਂ ਦੇਖਿਆ ਕਿ ਅਮਾਈਨੋ ਐਸਿਡਸ ਨਹੀਂ ਬਣਦੇ। 3 ਕੋਡੋਨਸ ਐਸੇ ਨੇ ਜਿਹੜੇ ਕਿ ਟਰਮੀਨੇਸ਼ਨ ਜਾਂ ਸਟਾਪ ਕੋਡੋਨਸ ਨੇ। ਹੁਣ ਆਪਾਂ ਸੈਕਿੰਡ ਪੁਆਇੰਟ ਦੀ ਗੱਲ ਕਰਦੇ ਹਾਂ। ਫਰਸਟ ਪੁਆਇੰਟ ਆਪਾਂ ਗੱਲ ਕੀਤਾ ਕਿ ਜੈਨੇਟਿਕ ਕੋਡ ਇਜ਼ ਟ੍ਰਿਪਲੇਟ। ਠੀਕ ਹੈ ਜੀ, ਇਟ ਇਜ਼ ਅ ਟ੍ਰਿਪਲੇਟ। ਸੈਕਿੰਡ ਆਪਾਂ ਗੱਲ ਕਰਦੇ ਹਾਂ that genetic code is degenerate। ਹੁਣ ਡੀਜਨਰੇਟ ਦਾ ਕੀ ਮਤਲਬ ਹੁੰਦਾ ਹੈ? ਕਹਿੰਦੇ ਇੱਕ ਪਾਰਟਿਕੂਲਰ ਅਮਾਈਨੋ ਐਸਿਡ ਵਾਸਤੇ ਇੱਕ ਤੋਂ ਵੱਧ ਕੋਡੋਨ ਯੂਜ਼ ਹੋ ਸਕਦਾ ਹੈ, ਜੋ ਕਿ ਆਪਾਂ ਇੱਥੇ ਦੇਖਿਆ ਹੈ ਨਾ। ਜਿਵੇਂ ਫਿਨਾਈਲ ਐਲੈਨੀਨ ਵਾਸਤੇ 2 ਕੋਡੋਨਸ ਨੇ, ਲਿਊਸਿਨ ਵਾਸਤੇ 2 ਕੋਡੋਨਸ ਨੇ, ਇੱਧਰ ਆਈਸੋਲਿਊਸਿਨ ਵਾਸਤੇ 3 ਕੋਡੋਨਸ ਨੇ, ਵੈਲੀਨ ਅਮਾਈਨੋ ਐਸਿਡ ਵਾਸਤੇ 4 ਕੋਡੋਨਸ ਨੇ। ਸੋ ਕਹਿੰਦੇ ਇੱਕ ਅਮਾਈਨੋ ਐਸਿਡ ਵਾਸਤੇ ਇੱਕ ਤੋਂ ਵੱਧ ਕੋਡੋਨਸ ਕੋਡ ਕਰ ਸਕਦੇ ਨੇ। ਤਾਂ ਇੱਕ ਅਮਾਈਨੋ ਐਸਿਡ ਦੇ ਇੱਕ ਤੋਂ ਵੱਧ ਕੋਡ ਟ੍ਰਿਪਲੇਟਸ ਹੁੰਦੇ ਨੇ, ਜਿਵੇਂ ਕਿ ਆਪਾਂ ਹੁਣੇ ਗੱਲ ਕੀਤੀ ਫਿਨਾਈਲ ਐਲੈਨੀਨ, ਆਰਜੀਨੀਨ। ਏਦਾਂ ਹੀ ਸਭ ਦੇ ਡਿਫਰੈਂਟ ਕਿਸੇ ਦੇ 3, ਕਿਸੇ ਦੇ 4, ਕਿਸੇ ਦੇ 6, ਏਦਾਂ ਕਰਕੇ
ਹੁੰਦੇ ਨੇ। ਇੱਧਰ ਆਪਾਂ ल्यूसीन ਦਾ ਦੇਖਿਆ, ल्यूसीन ਦੇ ਵੀ 6 ਨੇ, ਠੀਕ ਹੈ। ਸੋ ਇੱਥੇ ਡੀਜਨਰੇਟ ਦਾ ਮਤਲਬ ਹੈਗਾ ਇੱਕ ਅਮਾਈਨੋ ਐਸਿਡ ਦੇ ਇੱਕ ਤੋਂ ਵੱਧ ਕੋਡੋਨਸ ਹੋ ਸਕਦੇ ਨੇ, ਠੀਕ ਹੈ ਜੀ। ਸੋ let us write for one amino acid more than one codons can be used। एग्जाम्पल ਤੁਸੀਂ ਇੱਥੇ ਟੇਬਲ ਦੇ ਵਿੱਚ ਦੇਖ ਹੀ ਸਕਦੇ ਹੋ। Now third point is genetic code is universal। यूनिवर्सल यानी कि कोई ऐसा रूल या कोई ऐसा पॉइंट ਜਿਹੜਾ ਕਿ ਓਵਰਆਲ ਵਰਲਡ ਜਾਂ ਪੂਰੀ ਦੁਨੀਆ ਦੇ ਉੱਪਰ ਉਹ ਚੀਜ਼ ਉਹ ਗੱਲ ਲਾਗੂ ਹੁੰਦੀ ਹੋਵੇ ਕਿ ਸਾਰੀ ਦੁਨੀਆ ਦੇ ਵਿੱਚ ਜਿੱਥੇ ਮਰਜ਼ੀ ਚਲੇ ਜਾਓ ਇਹ ਵਾਲੀ ਚੀਜ਼ ਏਦਾਂ ਹੀ ਰਹਿਣੀ ਹੈ। ਦਿਸ ਇਜ਼ ਦ ਕਾਮਨ ਥਿੰਗ, ਠੀਕ ਹੈ ਜੀ। ਨਾਓ ਕਾਮਨ ਕਹਿ ਲੋ ਜਾਂ ਸਪੈਸੀਫਿਕ ਕਹਿ ਲੋ ਕਿ ਇਹ ਕਦੀ ਵੀ ਕਿਸੇ ਵੀ ਚੀਜ਼ ਦੇ ਰੈਫਰੈਂਸ ਦੇ ਵਿੱਚ ਕਿਸੇ ਵੀ ਕਦੇ ਵੀ ਇਹ ਚੀਜ਼ ਚੇਂਜ ਨਹੀਂ ਹੋ ਸਕਦੀ ਜਾਂ ਇਹ ਆਈਡੀਆ ਚੇਂਜ ਨਹੀਂ ਹੋ ਸਕਦਾ। ਸੋ ਜੈਨੇਟਿਕ ਕੋਡ ਜਿਹੜਾ ਹੈ ਉਹ ਕਿਤੇ ਵੀ ਚੇਂਜ ਨਹੀਂ ਹੋ ਸਕਦਾ। ਜੈਨੇਟਿਕ ਕੋਡ ਇਜ਼ ਯੂਨੀਵਰਸਲ। ਕਹਿੰਦੇ ਜਿਹੜਾ ਵੀ ਕੋਡੋਨ ਹੈ ਡੀਐਨਏ ਦੇ ਵਿੱਚ ਤੇ ਐਮਆਰਐਨਏ ਉਹੀ ਸੇਮ ਅਮਾਈਨੋ ਐਸਿਡ ਨੂੰ ਸਪੈਸੀਫਾਈ ਕਰਦਾ ਸਾਰੇ ਆਰਗੈਨਿਜ਼ਮਸ ਦੇ ਵਿੱਚ। ਐਵੇਂ ਨਹੀਂ ਹੈ ਕਿ ਹਿਊਮਨ ਬੀਇੰਗ ਦੇ ਵਿੱਚ ਉਹ ਵਾਲਾ ਕੋਡੋਨ ਕਿਸੇ ਹੋਰ ਅਮਾਈਨੋ ਐਸਿਡ ਵਾਸਤੇ ਕੋਡ ਕਰ ਰਿਹਾ ਹੈ ਤੇ ਕਿਸੇ ਹੋਰ ਜਾਨਵਰ ਦੇ ਵਿੱਚ, ਕਿਸੇ ਪ੍ਰੋਕੈਰੀਓਟ ਯੂਕੈਰੀਓਟ ਦੇ ਵਿੱਚ, ਕਿਸੇ ਜਾਂ ਫਿਰ ਅਲੱਗ-ਅਲੱਗ ਐਨੀਮਲਸ ਦੇ ਵਿੱਚ ਅਲੱਗ-ਅਲੱਗ ਜੈਨੇਟਿਕ ਕੋਡ ਅਲੱਗ-ਅਲੱਗ ਅਮਾਈਨੋ ਐਸਿਡ ਵਾਸਤੇ ਕੋਡ ਕਰ ਰਿਹਾ ਹੈ। ਨੋ, ਦੁਨੀਆ ਦੇ ਵਿੱਚ ਜਿੰਨੇ ਵੀ ਜੀਵ ਜੰਤੂ ਨੇ ਹਰ ਇੱਕ ਦੇ ਵਿੱਚ ਜੋ ਜੈਨੇਟਿਕ ਕੋਡ ਹੈ ਇੱਕ ਕੋਡੋਨ ਸੇਮ ਅਮਾਈਨੋ ਐਸਿਡ ਵਾਸਤੇ ਕੋਡ ਕਰੇਗਾ। ਅਗਰ ਇੱਕ ਅਮਾਈਨੋ ਐਸਿਡ ਵਾਸਤੇ 4 ਕੋਡੋਨ ਨੇ ਹਰ ਜੀਵ ਜੰਤੂ ਦੇ ਵਿੱਚ ਉਹ ਕੋਡੋਨ ਉਸ ਅਮਾਈਨੋ ਐਸਿਡ ਵਾਸਤੇ ਹੀ ਰਹਿਣਗੇ। ਕਿਸੇ ਵੀ ਲਿਵਿੰਗ ਬੀਇੰਗ ਕਿਸੇ ਵੀ ਆਰਗੈਨਿਜ਼ਮ ਦੇ ਵਿੱਚ ਉਹ ਕੋਡ ਕਦੇ ਵੀ ਚੇਂਜ ਨਹੀਂ ਹੋਏਗਾ। that means genetic code is universal, ठीक है जी। genetic code remains the same in all organisms like prokaryotes, eukaryotes, including viruses। हालांकि वायरसेस की वर्किंग या थोड़ी सी डिफरेंट होती है बट जेनेटिक कोड डजंट चेंज, ठीक है जी। नाउ फोर्थ पॉइंट पे आ जाने हैं। द कोड इज नॉन ओवरलैपिंग। द कोड इज नॉन ओवरलैपिंग। ओवरलैप की हुंदा है? जिवें एक चीज दे ऊपर दूजी चीज रख दिंदे आ, दैट इज ओवरलैपिंग। सपोज एक न्यूक्लियोटाइड सीक्वेंस है CCUCAG। हुण कहंदे इहदे विच दिस इज द फर्स्ट कोडॉन, दिस इज द सेकंड कोडॉन, ठीक है जी। ये है नॉन ओवरलैपिंग। अगर ओवरलैपिंग हुंदा तां की हुंदा कि समझ लो फर्स्ट कोडॉन CCU आ गया, हुण सेकंड कोडॉन सेकंड लेटर तो शुरू हो जाएगा फिर CUC बन जाऊगा, थर्ड कोडॉन U तो शुरू हो जाएगा फिर UCA बन जाएगा, फोर्थ कोडॉन C तो शुरू होएगा तो CAG बन जाऊगा। बट नहीं, ਜਦੋਂ ਜੇ ਐਵੇਂ ਹੋਏ ਤਾਂ ਇਹ ਓਵਰਲੈਪਿੰਗ ਹੋਏਗੀ, ਠੀਕ ਹੈ। ਬਟ ਆਪਾਂ ਗੱਲ ਕਰ ਰਹੇ ਹਾਂ ਕਿ ਜੈਨੇਟਿਕ ਕੋਡ ਜਿਹੜਾ ਉਹ ਨॉन ਓਵਰਲੈਪਿੰਗ ਹੋਏਗਾ। ਸੋ ਨॉन ਓਵਰਲੈਪਿੰਗ ਦੇ ਵਿੱਚ ਕੀ ਹੋਏਗਾ ਕਿ ਅਗਰ ਇੱਕ ਸੀਕੁਐਂਸ ਹੈ, अगर एक न्यूक्लियोटाइड सीक्वेंस है CCUCAG, देन वो एवें नहीं होएगा कि हर लेटर तो नवा कोडॉन शुरू होएगा। नो, first codon will be first 3 letters, second codon will be next 3 letters। ਇੱਕ ਦੂਜੇ ਦੇ ਵਿੱਚ ਇੰਟਰਫੇਅਰ ਨਹੀਂ ਕਰਨਗੇ, ਹਰ 3 ਲੈਟਰਸ ਡਿਫਰੈਂਟ ਕੋਡਨ ਬਣਾ ਰਹੇ ਨੇ। ਸੋ जेनेटिक कोड इज नॉन ओवरलैपिंग, ठीक है जी। समझ आ गई है, क्लियर हो गया कुछ। नेक्स्ट इज द कोड इज कॉमालेस। ਕਹਿੰਦੇ ਇਸ ਕੋਡਨ ਦੇ ਵਿੱਚ ਜਿਹੜੇ ਟ੍ਰਿਪਲੇਟਸ 3 ਅੱਖਰ ਨੇ ਇਹਨਾਂ ਦੇ ਵਿੱਚ ਕੋਈ ਕੋਮਾ ਨਹੀਂ ਪੈਂਦਾ, ਠੀਕ ਹੈ। ਦਿਸ ਕੋਡ ਇਜ਼ ਕੋਮਾਲੈਸ यानी कि नो कॉमास, कोई कॉमा नहीं पाते ਆਪਾਂ ਇਹਦੇ ਵਿੱਚ।
कोई भी पंक्चुएशन मार्क नहीं पाते, ठीक है। पंक्चुएशन मार्क्स ਕਿਹੜੇ ਹੁੰਦੇ ਨੇ? क्वेश्चन मार्क, फुल स्टॉप, एक्सक्लेमेशन। सो ਆਪਾਂ ਇਹਨਾਂ ਦੇ ਵਿੱਚ ਕੋਈ ਵੀ पंक्चुएशन मार्क्स नहीं पाते। दैट मीन्स हर एमाइनो एसिड ਜਿਹੜਾ ਹੈ ਇੱਕ ਉਸਦੇ ਕੋਡ ਹੋਣ ਤੋਂ ਬਾਅਦ ਸੈਕਿੰਡ ਵਨ ਆਟੋਮੈਟਿਕਲੀ ਕੋਡ ਹੋਏਗਾ ਬਾय ਨੈਕਸਟ 3 ਨਾਈਟ੍ਰੋਜਨਸ ਬੇਸਿਸ। ਤੇ ਕੋਈ ਵੀ ਬੇਸ ਜਿਹੜਾ ਹੈ ਉਹ ਵੇਸਟ ਨਹੀਂ ਹੋਏਗਾ, ਯਾਨੀ ਕਿ ਉਹਦੇ ਵਿੱਚ ਕੋਈ ਪੌਜ਼ ਨਹੀਂ ਆਏਗਾ ਜਦ ਤੱਕ ਸਟਾਪ ਕੋਡਨ ਜਾਂ ਟਰਮੀਨੇਸ਼ਨ ਕੋਡਨਸ ਜਿਹੜੇ ਆਪਾਂ ਉੱਪਰ ਪੜ੍ਹੇ ਜਦ ਤੱਕ ਉਹ ਨਹੀਂ ਲੱਗਦਾ ਤਦ ਤੱਕ ਟਰਮੀਨੇਸ਼ਨ ਨਹੀਂ ਹੋਏਗੀ ਐਂਡ ਪਹਿਲਾਂ ਵਾਲੇ ਬੇਸਿਸ ਦੇ ਵਿੱਚ ਕੋਈ ਰੁਕਾਵਟ ਨਹੀਂ ਆਏਗੀ। रुकावट उदों ही आएगी जो स्टॉप कोडॉन लगेगा। सो अगर एक न्यूक्लियोटाइड सीक्वेंस है CAGUCU ACG, सो ये एक न्यूक्लियोटाइड सीक्वेंस है। हर 3 तो बाद फर्स्ट कोडॉन, सैकेंड कोडॉन, थर्ड कोडॉन ऐदा करके हर ट्रिपलेट एक अमाइनो एसिड वास्ते कोड कर रही है, उन्हां दे विच कोई भी रुकावट नहीं है। 3 ਨਾਈਟ੍ਰੋਜਨਸ ਬੇਸਿਸ ਇੱਕ ਅਮਾਈਨੋ ਐਸਿਡ ਬਣਾ ਰਹੇ ਨੇ, ਆਪਾਂ ਨੂੰ ਉਹਦੇ ਵਿੱਚ ਕੋਈ ਕੋਮਾ ਪਾ ਕੇ ਦਿਖਾਉਣ ਦੀ ਲੋੜ ਨਹੀਂ ਜਾਂ ਕੋਈ ਫੁੱਲ ਸਟਾਪ, ਕੋਈ ਵੀ ਇਸ ਤਰ੍ਹਾਂ ਦਾ ਮਾਰਕ ਦਿਖਾਉਣ ਦੀ ਲੋੜ ਨਹੀਂ ਹੈਗੀ। ਆਪਣੇ ਆਪ ਹੀ ਉਹ ਕੰਟੀਨਿਊਸ ਪ੍ਰੋਸੈਸ ਚੱਲੀ ਜਾਏਗਾ until and unless ਜਦ ਤੱਕ ਉਹਦੇ ਵਿੱਚ ਸਟਾਪ ਕੋਡਨ ਨਾ ਲੱਗ ਜਾਵੇ। ਨਾਓ ਨੈਕਸਟ ਪੁਆਇੰਟ ਇਜ਼ ਦ ਜੈਨੇਟਿਕ ਕੋਡ ਇਜ਼ ਨॉन ਐਂਬੀਗਿਊਅਸ। ਹੁਣ ਐਂਬੀਗਿਊਅਸ ਕੀ ਹੁੰਦਾ ਹੈ? ਫਨ ਨਹੀਂ ਹੈਗਾ, ਜਾਂ ਮਤਲਬ ਉਹਦੇ ਵਿੱਚ ਕੋਈ ਐਸੀ ਚੀਜ਼ ਨਹੀਂ ਹੈ ਕਿ ਹਾਂ ਕੋਈ ਗੱਲ ਕਲੀਅਰ ਨਾ ਹੋਵੇ। ਇਟ ਇਜ਼ ਟੋਟਲੀ ਕਲੀਅਰ। ਇੱਕ ਪਾਰਟਿਕੂਲਰ ਕੋਡਨ ਹਮੇਸ਼ਾ ਇੱਕ ਅਮਾਈਨੋ ਐਸਿਡ ਵਾਸਤੇ ਕੋਡ ਕਰੇਗਾ ਜਿੱਥੇ ਵੀ ਉਹ ਪਾਇਆ ਜਾਏਗਾ, ਵਾਈਲ ਸੇਮ ਅਮਾਈਨੋ ਐਸਿਡ ਕਿਸੇ ਹੋਰ ਕੋਡਨ ਦੇ ਦੁਆਰਾ ਵੀ ਕੋਡ ਕੀਤਾ ਜਾ ਸਕਦਾ ਹੈ, ਜਿਹਦੀ ਆਪਾਂ ਗੱਲ ਕੀਤੀ ਸੀ ਡੀਜਨਰੇਸੀ ਜਾਂ ਡੀਜਨਰੇਟ ਹੁੰਦਾ ਜੈਨੇਟਿਕ ਕੋਡ, ਕਿਉਂਕਿ ਉਹ ਬਹੁਤ ਸਾਰੇ ਕੋਡਨਸ ਇੱਕ ਅਮਾਈਨੋ ਐਸਿਡ ਵਾਸਤੇ ਕੋਡ ਕਰ ਸਕਦੇ ਨੇ, ਬਟ ਸੇਮ ਕੋਡਨ 2 ਅਮਾਈਨੋ ਐਸਿਡ ਵਾਸਤੇ ਕੋਡ ਨਹੀਂ ਕਰ ਸਕਦਾ, ਯਾਨੀ ਕਿ ਦੈਟ ਇਜ਼ ਨॉन ਐਂਬੀਗਿਊਅਸ। ਡੀਜਨਰੇਟ ਮਤਲਬ ਡੀਜਨਰੇਟ ਦੀ ਆਪਾਂ ਗੱਲ ਕੀਤੀ ਸੀ ਕਿ ਬਹੁਤ ਸਾਰੇ ਕੋਡਨਸ ਇੱਕ ਅਮਾਈਨੋ ਐਸਿਡ ਵਾਸਤੇ ਕੋਡ ਕਰ ਸਕਦੇ ਨੇ, ਯਾਨੀ ਕਿ ਇੱਥੇ ਆਪਾਂ ਦੇਖ ਲਓ GUU, GUC, GUA, GUG, ਇਹ ਚਾਰੋਂ ਕੋਡਨਸ ਇੱਕ ਅਮਾਈਨੋ ਐਸਿਡ ਯਾਨੀ ਕਿ ਵੈਲੀਨ ਵਾਸਤੇ ਕੋਡ ਕਰ ਸਕਦੇ ਨੇ, ਬਟ GUU ਇੱਕ ਕੋਡਨ ਜਿਹੜਾ ਹੈ ਐਵੇਂ ਨਹੀਂ ਹੋਏਗਾ ਕਿ ਇਹੀ ਵੈਲੀਨ ਵਾਸਤੇ ਕੋਡ ਕਰ ਰਿਹਾ ਹੈ, ਇਹੀ ਮਿਥਿਓनिन ਵਾਸਤੇ ਕੋਡ ਕਰੇਗਾ। नो, one codon will code for only one amino acid। ठीक है जी। अगर 4 ਕੋਡਨ ਇੱਕ ਅਮਾਈਨੋ ਐਸਿਡ ਵਾਸਤੇ ਕੋਡ ਕਰ ਰਹੇ ਆ ਤਾਂ ਉਹੀ 4 ਕਰਨਗੇ ਤੇ ਉਹ 4 ਕਿਸੇ ਹੋਰ ਅਮਾਈਨੋ ਐਸਿਡ ਨੂੰ ਨਹੀਂ ਬਣਾਉਣਗੇ। ਠੀਕ ਹੈ, ਇਜ਼ ਦੈਟ ਕਲੀਅਰ? Yes, ma'am. So genetic code is non-ambiguous. That means if अगर CUU genetic code is coding for leucine, it will not code for valine or any other amino acid. It will only code for leucine। ठीक है जी। Now यानी कि जेनेटिक कोड जड़ा है नॉन एम्बिगियस या कह लो क्लियर है। ਹੁਣ ਆਪਾਂ ਗੱਲ ਕਰਦੇ ਆ 7th point which is collinearity। genetic code is collinear। ਕਿਦਾਂ ਇਹ ਆਪਾਂ ਦੇਖਦੇ ਆ। first of all let us write it shows collinearity। genetic code ਜਿਹੜਾ ਹੈ ਉਹ mRNA ਕੋਡਨ ਦੇ ਸੀਕੁਐਂਸ ਨੂੰ ਰਿਪਰੈਜ਼ੈਂਟ ਕਰਦਾ ਹੈ। ਇਹ ਆਪਾਂ ਦੇਖ ਲਿਆ ਜਿਹੜੇ ਕੋਡਨਸ ਦੇ mRNA ਦੇ ਨੇ। ਸੋ ਇਹ ਜੈਨੇਟਿਕ ਕੋਡ ਜਿਹੜਾ ਹੈ ਉਹ ਇੱਕ
mRNA ਕੋਡੋਨਸ ਦੇ ਸੀਕੁਐਂਸ ਨੂੰ ਡਿਨੋਟ ਕਰਦਾ ਹੈ, ਉਸਨੂੰ ਰਿਪਰੈਜ਼ੈਂਟ ਕਰਦਾ ਹੈ। ਜਿਹੜੇ ਕੋਰਸਪੋਂਡਿੰਗ ਅਮਾਈਨੋ ਐਸਿਡ ਰੈਜ਼ੀਡਿਊਜ਼ ਨੇ, ਯਾਨੀ ਕਿ ਉਸ ਦੇ ਨਾਲ ਦੇ ਬਚੇ ਹੋਏ ਜਿਹੜੇ ਅਮਾਈਨੋ ਐਸਿਡਸ ਨੇ ਇੱਕ ਪੋਲੀਪੈਪਟਾਈਡ ਚੇਨ ਦੇ ਵਿੱਚ, ਉਹ ਅਰੇਂਜ ਕੀਤੇ ਜਾਂਦੇ ਨੇ ਇਨ ਦ ਸੇਮ ਲੀਨੀਅਰ ਸੀਕੁਐਂਸ। ਲੀਨੀਅਰ ਯਾਨੀ ਕਿ ਇਨ ਅ ਲਾਈਨ, ਠੀਕ ਹੈ ਜੀ। ਇੱਕ ਸੀਕੁਐਂਸ ਦੇ ਵਿੱਚ ਜਿਹੜੇ ਹੈ ਅਮਾਈਨੋ ਐਸਿਡ ਰੈਜ਼ੀਡਿਊਜ਼ ਇੱਕ ਪੋਲੀਪੈਪਟਾਈਡ ਦੇ ਚੇਨ ਦੇ ਵਿੱਚ ਸੀਕੁਐਂਸ ਦੇ ਵਿੱਚ ਅਰੇਂਜ ਕੀਤੇ ਜਾਂਦੇ ਨੇ। ਡੀਐਨਏ, mRNA, polypeptides, all are linear. Linear यानी कि let me write here in a same, in a particular sequence, ਇੱਕ ਸੀਕੁਐਂਸ ਦੇ ਵਿੱਚ ਲੱਗੇ ਹੁੰਦੇ ਨੇ, ਠੀਕ ਹੈ ਜੀ। ਯਾਨੀ ਕਿ ਆਪਾਂ ਦੇਖਿਆ ਕੋਡੋਨਸ, ਜਿਵੇਂ ਆਪਾਂ ਇੱਥੇ ਦੇਖਿਆ ਸੀ ਕੋਡੋਨਸ ਇੱਕ ਸੀਕੁਐਂਸ ਦੇ ਵਿੱਚ ਲੱਗੇ ਹੋਏ ਨੇ, ਸੋ that makes it collinear। ਡੀਐਨਏ ਦੇ ਕਿਸੇ ਵੀ ਸਪੈਸੀਫਿਕ ਕੋਡ ਦੇ ਵਿੱਚ ਕੋਈ ਚੇਂਜ ਹੋਏਗੀ, ਉਹਦੇ ਨਾਲ ਅਮਾਈਨੋ ਐਸਿਡ ਦੇ ਉੱਪਰ ਅਸਰ ਪਏਗਾ, ਅਮਾਈਨੋ ਐਸਿਡ ਦੇ ਵਿੱਚ ਚੇਂਜ ਹੋਏਗੀ ਤੇ ਉਸਦੀ ਪੋਜੀਸ਼ਨ, ਉਸਦੇ ਅਮਾਈਨੋ ਐਸਿਡ ਦੇ ਵਿੱਚ ਚੇਂਜ ਆਉਣ ਦੇ ਕਾਰਨ ਪੋਲੀਪੈਪਟਾਈਡ ਚੇਨ ਦੇ ਵਿੱਚ ਅਮਾਈਨੋ ਐਸਿਡ ਦੀ ਪੋਜੀਸ਼ਨ ਤੇ ਵੀ ਅਸਰ ਪਏਗਾ, ਤਾਂ ਉਹਦੀ ਪੋਜੀਸ਼ਨ ਵੀ ਚੇਂਜ ਹੋ ਸਕਦੀ ਹੈ। ਸੋ ਸਾਰੀਆਂ ਚੀਜ਼ਾਂ ਆਪਸ ਦੇ ਵਿੱਚ ਰਿਲੇਟਡ ਨੇ। 8th point is gene polypeptide parity। ਇਹਦੇ ਵਿੱਚ ਕੀ ਹੈ, ਇੱਕ ਡੀਐਨਏ ਸੈਗਮੈਂਟ named cistron ਉਹ ਟ੍ਰਾਂਸਕ੍ਰਾਈਬ ਕਰੇਗਾ ਸਪੈਸੀਫਿਕ mRNA ਨੂੰ, ਟ੍ਰਾਂਸਕ੍ਰਾਈਬ ਸਪੈਸੀਫਿਕ mRNA, ਜਿਹਦੇ ਨਾਲ ਇੱਕ ਚੇਨ ਬਣੂਗੀ, specific chain formed। ਉਹਦੇ ਵਿੱਚ ਕੀ ਹੋਏਗਾ, representing gene polypeptide parity, ਯਾਨੀ ਕਿ equally distributed ਹੋਣਗੇ ਪੋਲੀਪੈਪਟਾਈਡ ਚੇਨ ਦੇ ਵਿੱਚ ਜੋ ਅਮਾਈਨੋ ਐਸਿਡਸ ਨੇ, that would be equally distributed। ਕਹਿੰਦੇ ਕੁਝ ਐਕਸੈਪਸ਼ਨਸ ਨੇ ਜੈਨੇਟਿਕ ਕੋਡ ਵਾਸਤੇ। ਕੀ ਐਕਸੈਪਸ਼ਨਸ ਨੇ? ਫਰਸਟ ਪੁਆਇੰਟ ਇਜ਼ ਕਿ ਟਰਮੀਨੇਟਰ ਕੋਡੋਨਸ ਜਿਵੇਂ ਕਿ UAA and UGA, these are terminator codons। ਇਹ ਕੋਡੋਨਸ ਜਿਹੜੇ ਨੇ can code for glutamine, ਪਰ ਕਿਹਦੇ ਵਿੱਚ? in ਪੈਰਾਮੀਸ਼ੀਅਮ ਤੇ ਹੋਰ ਸੀਲੀਅਟਸ ਜਾਂ ਹੋਰ ਗਰੁੱਪ ਆਫ ਪ੍ਰੋਟੋਜ਼ੋਨਸ ਦੇ ਵਿੱਚ, ਠੀਕ ਹੈ। ਨਾਓ ਸੈਕਿੰਡ ਐਕਸੈਪਸ਼ਨ ਕੀ ਹੈ? ਸੈਕਿੰਡ ਐਕਸੈਪਸ਼ਨ ਇਜ਼ ਕਿ ਜੀਨਸ ਦੀ ਓਵਰਲੈਪਿੰਗ ਹੁੰਦੀ ਹੈ। ਆਪਾਂ ਇਹ ਪੜਿਆ ਸੀ ਕਿ ਜੈਨੇਟਿਕ ਕੋਡ ਨॉन ਓਵਰਲੈਪਿੰਗ ਹੈ, ਪਰ ਲੈਟ ਅਸ ਡਿਸਕਸ ਹੇਅਰ ਕਿ ਕੁਝ ਐਕਸੈਪਸ਼ਨਸ ਹੁੰਦੀਆਂ ਨੇ, ਕੁਝ ਜੀਨਸ ਓਵਰਲੈਪ ਕਰਦੀਆਂ ਨੇ, ਪਰ ਕਿਹਦੇ ਵਿੱਚ? ਵਾਇਰਸਿਸ ਦੇ ਵਿੱਚ। ਸੋ there is overlapping of genes, overlapping of genes ਕਿਹਦੇ ਵਿੱਚ? in viruses। ਵਾਇਰਸਿਸ ਦੇ ਵਿੱਚ ਐਗਜ਼ਾਮਪਲ ਕਿਹੜਾ ਵਾਇਰਸ? ਫਾਜ ਵਾਇਰਸ, ਫਾਜ 174 ਤੇ SV40, ਇਹ ਦੋ ਵਾਇਰਸਿਸ ਨੇ ਜਿਨ੍ਹਾਂ ਦੇ ਵਿੱਚ ਜੀਨਸ ਦੀ ਓਵਰਲੈਪਿੰਗ ਹੁੰਦੀ ਹੈ। ਹੁਣ ਥਰਡ ਐਕਸੈਪਸ਼ਨ ਆ ਗਈ ਕਿ ਹਿਊਮਨ ਮਾਈਟੋਕੌਂਡਰੀਆ ਦੇ ਵਿੱਚ ਕੋਡੋਨਸ ਨੇ AGG ਤੇ AGA, ਜਿਹੜੇ ਕਿ ਆਰਜਿਨਿਨ ਅਮਾਈਨੋ ਐਸਿਡ ਵਾਸਤੇ ਕੋਡ ਕਰਦੇ ਨੇ, but also they are stop codons, also they act as stop codons, ਠੀਕ ਹੈ। ਵੈਸੇ ਆਪਾਂ ਦੇਖਿਆ ਸੀ ਕਿ ਜਿਹੜੇ ਟਰਮੀਨੇਸ਼ਨ ਜਾਂ ਸਟਾਪ ਕੋਡੋਨਸ ਨੇ that are different,
ਤਾਂ ਉਹਦੇ ਵਿੱਚ UGA UAA ਤੇ UAG ਆਉਂਦਾ, ਬਟ ਕਹਿੰਦੇ ਹਿਊਮਨ ਮਾਈਟੋਕੌਂਡਰੀਆ ਦੇ ਵਿੱਚ ਜਿਹੜੇ ਕੋਡੋਨਸ ਆਰਜੀਨਿਨ ਅਮਾਈਨੋ ਐਸਿਡ ਵਾਸਤੇ ਕੋਡ ਕਰਦੇ ਨੇ, ਉਹ ਕਈ ਵਾਰੀ they also act as stop codons. So AGG and AGA, they code for arginine, but may act as stop codons. So this is an important point. ਕਿਹਦੇ ਵਿੱਚ ਹੁੰਦਾ ਹੈ? In human mitochondria. So this is all about genetic code, its properties, its exceptions. ਜੋ ਚੀਜ਼ਾਂ ਤੁਸੀਂ ਇਹ ਯਾਦ ਰੱਖਣੀਆਂ, ਇਨੀਸ਼ੀਏਸ਼ਨ, ਨੌਨਸੈਂਸ ਕੋਡੋਨਸ ਕਿਹੜੇ ਕਿਹੜੇ ਹੁੰਦੇ ਨੇ, ਇਹ ਮੇਨ ਨੇ। ਸਾਰੇ ਕੋਡੋਨਸ ਤੁਸੀਂ ਯਾਦ ਨਹੀਂ ਕਰ ਸਕਦੇ, ਤਾਂ ਤੁਸੀਂ ਇਸ ਤਰੀਕੇ ਨਾਲ ਟੇਬਲ ਬਣਾਉਣਾ ਸਿੱਖ ਲਿਆ ਕਿ ਕਿਵੇਂ ਬਣਾਉਣਾ ਹੈ ਕੋਡੋਨਸ ਵਾਸਤੇ। And these are all the properties and the exceptions for genetic code. Okay.